हाँ जी हेलो स्टूडेंट्स ਤੁਹਾਡੇ ਕੋਲ ਆ ਗਏ ਜੀ ਆਪਾਂ ਰਿਵੀਜ਼ਨ ਸ਼ੀਟ 2 ਤੇ ਠੀਕ ਹੈ ਜੀ ਹੈਡਿੰਗ ਆਪਾਂ ਦਿੱਤਾ ਸੀ ਕੁਇਕ ਰਿਵੀਜ਼ਨ 26 ਕੁਐਸਚਨ ਆਪਾਂ ਪਹਿਲੀ ਵਾਲੀ ਸ਼ੀਟ 'ਚ ਕਰ ਲਏ ਸੋ ਦੇਖੋ ਇੰਡੀਆ ਗੇਟ ਕਿੱਥੇ ਆ ਠੀਕ ਹੈ ਦਿੱਲੀ 'ਚ ਨਵੀਂ ਦਿੱਲੀ ਕਹਿ ਲਓ ਚਾਹੇ ਵੈਸੇ ਟੈਕਨੀਕਲੀ ਤਾਂ ਜਿਹੜਾ ਹੈਗਾ ਚਲੋ ਦਿੱਲੀ ਕਹਿ ਲਓ ਕੋਈ ਚੱਕਰ ਨਹੀਂ ਭਾਰਤ ਵਿੱਚ ਵਪਾਰ ਕਰਨ ਸਭ ਤੋਂ ਪਹਿਲਾਂ ਪੁਰਤਗਾਲੀ ਪਹੁੰਚੇ ਸਨ ਯਾਦ ਰੱਖਣਾ ਵਪਾਰ ਕਰਨ ਲਈ ਸਭ ਤੋਂ ਪਹਿਲਾਂ ਪੁਰਤਗਾਲੀ ਪਹੁੰਚੇ ਸੀ ਔਰ ਪੁਰਤਗਾਲੀਆਂ ਦਾ ਜਿਹੜਾ ਸਭ ਤੋਂ ਪਹਿਲਾ ਬੰਦਾ ਪਹੁੰਚਿਆ ਸੀ ਆਪਣੀ ਟੀਮ ਲੈ ਕੇ ਉਹ ਸੀਗਾ ਵਾਸਕੋ ਡੀ ਗਾਮਾ ਸੋ ਯਾਦ ਰੱਖਣਾ ਜੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਾਲੀਕਟ ਚ ਇਹ ਮਤਲਬ ਸਿੰਪਲ ਜੀ ਗੱਲ ਹੈ ਵੀ ਇਹ ਤਾਂ ਲੱਭਦਾ ਹੀ ਤੁਹਾਡੇ ਪਾਸ ਜਿਹੜਾ ਹੈਗਾ ਵੀ ਜਿਹੜਾ ਕਾਲੀਕਟ ਦੇ ਵਿੱਚ ਪਹਿਲਾਂ ਸਭ ਤੋਂ ਇਹ ਆ ਗਿਆ ਤੁਸੀਂ ਐਂ ਕਹਿ ਲਓ ਬਈ ਨਵੀਆਂ ਵੈਨਿਊਜ਼ ਖੋਜਣ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਜਿਹੜੀ ਹੈਗੀ ਹੈ ਤੁਹਾਡੇ ਕੋਲ ਉਹ 31 ਦਸੰਬਰ 1600 ਦੇ ਵਿੱਚ ਪੂਰੇ ਹੋਈ ਸੀਗੀ ਠੀਕ ਹੈ ਅਗਲਾ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਪੱਕਾ ਆਣਾ ਪਲਾਸੀ ਦੀ ਲੜਾਈ 23 ਜੂਨ 1757 ਤੇ ਕਿਹਦੇ ਵਿੱਚ ਹੋਈ ਅੰਗਰੇਜ਼ਾਂ ਤੇ ਸਰਾਜੂਦੋਲਾ ਦੇ ਵਿੱਚ ਠੀਕ ਹੈ ਜੀ ਸੋ ਹਾਰਿਆ ਤਾਂ ਸਰਾਜੂਦੋਲਾ ਹੀ ਸੀਗਾ ਮਤਲਬ ਪਲਾਸੀ ਦੀ ਲੜਾਈ ਤੇ ਬਕਸਰ ਦੀ ਲੜਾਈ ਨੇ ਅੰਗਰੇਜ਼ਾਂ ਨੂੰ ਐਸਟੈਬਲਿਸ਼ ਕਰਤਾ ਤੁਸੀਂ ਐਂ ਕਹਿ ਲਓ ਤੁਹਾਡੇ ਕੋਲ ਜਿਹੜਾ ਹੈਗਾ ਠੀਕ ਹੈ ਜੀ ਸੋ ਮੈਨੂੰ ਲੱਗਦਾ ਨੰਬਰਿੰਗ ਮੈਂ ਗਲਤ ਲਿਖਤੀ ਕੋਈ ਪ੍ਰੋਬਲਮ ਨਹੀਂ ਕੀ ਕਿਉਂਕਿ 27 28 29 ਲਿਖਣਾ ਸੀ ਉਸ ਤੋਂ ਬਾਅਦ 30 ਲਿਖਣਾ ਸੀਗਾ ਚਲੋ ਕੋਈ ਦਿੱਕਤ ਨਹੀਂ ਗੀ ਠੀਕ ਹੈ ਕਈ ਵਾਰ ਗਲਤੀ ਲੱਗ ਜਾਂਦੀ ਹੈ ਨੋ ਪ੍ਰੋਬਲਮ ਆਪਾਂ ਤਾਂ ਕੁਐਸਚਨਸ ਹੀ ਲੈਣੇ ਬਕਸਰ ਦੀ ਲੜਾਈ ਹੋਈ ਸੀ 1764 ਵਿੱਚ ਡਾਕਟਰੀਨ ਆਫ ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਵੈਰੀ ਇੰਪੋਰਟੈਂਟ ਹੈ ਜੀ ਪੱਕਾ ਆਣਾ ਪੇਪਰ ਦੇ ਵਿੱਚ ਠੀਕ ਹੈ ਰਾਜੇ ਨਾ ਜਿਹੜੇ ਹੁੰਦੇ ਸੀਗੇ ਉਹ ਬੱਚਾ ਗੋਦ ਨਹੀਂ ਲੈ ਸਕਦੇ ਸੀ ਮਤਲਬ ਜਿਹੜਾ ਹੈਗਾ ਜਿਨ੍ਹਾਂ ਦਾ ਬੱਚਾ ਨਹੀਂ ਸੀ ਰਾਜਿਆਂ ਦਾ ਉਹਨਾਂ ਦੇ ਰਾਜ ਨੂੰ ਅੰਗਰੇਜ਼ ਆਪਣੇ ਰਾਜ 'ਚ ਮਿਲਾਈ ਜਾਂਦੇ ਸੀਗੇ ਠੀਕ ਹੈ ਇਹ ਡਾਕਟਰੀਨ ਆਫ ਲੈਪਸ ਸੀਗੀ ਸਹਾਇਕ ਸੰਧੀ ਲਾਰਡ ਵੈਲਜ਼ਲੀ ਨੇ ਸਟਾਰਟ ਕੀਤੀ ਸੀਗੀ ਠੀਕ ਹੈ ਜੀ ਤੇ 1761 ਵਿੱਚ ਮੈਸੂਰ ਰਾਜ ਦੀ ਸਥਾਪਨਾ ਇਹ ਵੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਮੈਸੂਰ ਦੀ ਹੈਦਰ ਅਲੀ ਨੇ ਕੀਤੀ ਸੀ ਤੇ ਜਿਹੜਾ ਇਹਦਾ ਮੁੰਡਾ ਸੀਗਾ ਬਹੁਤ ਗ੍ਰੇਟ ਸੀਗਾ ਹੈਦਰ ਅਲੀ ਦਾ ਜਿਹੜਾ ਬੇਟਾ ਸੀਗਾ ਉਹ ਟੀਪੂ ਸੁਲਤਾਨ ਸੀ ਇਹਦਾ ਬੇਟਾ ਟੀਪੂ ਸੁਲਤਾਨ ਸੀਗਾ ਠੀਕ ਹੈ ਜੀ ਸੋ ਅੰਗਰੇਜ਼ਾਂ ਨਾਲ ਬਿਲਕੁਲ ਚੰਗੀ ਤਰ੍ਹਾਂ ਟੱਕਰ ਲਈ ਠੀਕ ਹੈ ਸੋ ਜਿਹੜਾ ਹੈਗਾ ਉਸ ਤੋਂ ਬਾਅਦ ਪੰਜਾਬ ਨੂੰ ਲਾਰਡ ਡਲਹੌਜ਼ੀ ਨੇ ਆਪਣੇ ਵਿੱਚ ਮਿਲਾਇਆ ਸੀਗਾ ਜੀ ਠੀਕ ਹੈ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜੀਂਦਾ ਸੀ ਉਦੋਂ ਤੱਕ ਨਹੀਂ ਸੀ ਉਹਦੀ ਮੌਤ ਤੋਂ ਬਾਅਦ ਇਹ ਜਿਹੜਾ ਪੰਜਾਬ ਹੈ ਤੁਹਾਡੇ ਕੋਲ ਅੰਗਰੇਜ਼ਾਂ ਨੇ ਆਪਣੇ ਰਾਜ 'ਚ ਮਿਲਾਇਆ ਹੈਗਾ 29 ਮਾਰਚ 1849 ਈਸਵੀ ਵਿੱਚ ਠੀਕ ਹੈ ਜੀ ਸੋ ਇੰਪੋਰਟੈਂਟ ਸਾਰੀਆਂ ਚੀਜ਼ਾਂ ਹੈ ਠੀਕ ਹੈ ਯਾਦ ਹੈ ਤਾਂ ਤਾਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿਰਫ ਯਾਦ ਰੱਖੋ ਪਲਾਸੀ ਦੀ ਲੜਾਈ 1757 ਬਕਸਰ ਦੀ ਲੜਾਈ 1764 ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਸਹਾਇਕ ਸੰਧੀ ਲਾਰਡ ਵੈਲਜ਼ਲੀ ਠੀਕ ਹੈ ਜੀ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਆਪਣੇ ਵਿੱਚ ਮਿਲਾਇਆ ਸੀਗਾ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਰੈਗੂਲੇਟਿੰਗ ਐਕਟ ਪਾਸ ਹੋਇਆ ਵੀ ਈਸਟ ਇੰਡੀਆ ਕੰਪਨੀ ਕੀ ਕੰਮ ਕਰਦੀ ਹੈਗੀ ਹੈ ਤੁਹਾਡੇ ਕੋਲ ਠੀਕ ਹੈ ਜੀ ਰੈਗੂਲੇਟਿੰਗ ਐਕਟ ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ ਪਿਟਸ ਇੰਡੀਆ ਐਕਟ ਕਦੋਂ ਸੀ 1784 ਦੇ ਵਿੱਚ ਠੀਕ ਹੈ ਜੀ ਠੀਕ ਹੈ ਚਾਰਟਰ ਐਕਟ 1833 ਦੇ ਰਾਹੀਂ ਕੰਪਨੀ ਨੂੰ ਵਪਾਰ ਛੱਡਣ ਲਈ ਕਿਹਾ ਗਿਆ ਵੀ ਕੰਪਨੀ ਆਈ ਤਾਂ ਵਪਾਰ ਕਰਨੇ ਸੀਗੀ ਤੁਹਾਡੇ ਕੋਲ ਸੋ ਆ 100% ਸ਼ੋਰ ਕੁਐਸਚਨ ਹੈ ਜੀ ਪੱਕਾ ਆਣਾ ਪੇਪਰ ਦੇ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਹਨੂੰ ਕਿਹਾ ਜਾਂਦਾ ਭਾਰਤ ਵਿੱਚ ਸਿਵਲ ਸਰਵਿਸਿਜ਼ ਦਾ ਮੋਢੀ ਜਿਹੜਾ ਹੈਗਾ ਤੁਹਾਡੇ ਕੋਲ ਲਾਰਡ ਕਾਰਨਵਾਲਿਸ ਨੂੰ ਕਿਹਾ ਜਾਂਦਾ ਇੱਕ ਅੱਛੀ ਚੀਜ਼ ਸੀਗੀ ਠੀਕ ਹੈ ਪਹਿਲਾ ਭਾਰਤੀ ਜਿਸ ਨੇ ਸਿਵਲ ਸਰਵਿਸਿਜ਼ ਦਾ ਪੇਪਰ ਕਲੀਅਰ ਕੀਤਾ ਸਤਿੰਦਰ ਨਾਥ ਟੈਗੋਰ ਸੀਗਾ 1863 ਈਸਵੀ ਵਿੱਚ ਠੀਕ ਹੈ ਜੀ ਬੰਗਾਲੀ ਹੁੰਦੇ ਇੰਟੈਲੀਜੈਂਟ ਹੈ ਤੁਹਾਡੇ ਪਾਸ ਠੀਕ ਹੈ ਜੀ ਸਤਿੰਦਰ ਨਾਥ ਟੈਗੋਰ ਠੀਕ ਹੈ ਉਸ ਤੋਂ ਬਾਅਦ 1773 ਈਸਵੀ ਵਿੱਚ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤਾ ਵਿੱਚ ਸਰਵਉੱਚ ਅਦਾਲਤ ਸੋ ਜੇ ਤੁਹਾਨੂੰ ਪੁੱਛਿਆ ਜਾਵੇ ਵੀ ਸਰਵਉੱਚ ਅਦਾਲਤ ਕਿੱਥੇ ਖੁੱਲੀ ਤਾਂ ਤੁਸੀਂ ਆਨਸਰ ਕਲਕੱਤਾ ਦੇ ਦੇਣਾ ਜੇ ਤੁਹਾਨੂੰ ਪੁੱਛਿਆ ਜਾਵੇ ਕਿਹੜੇ ਐਕਟ ਨਾਲ ਹੋਈ ਤਾਂ ਰੈਗੂਲੇਟਿੰਗ ਐਕਟ ਹੋ ਗਿਆ ਜੇ ਤੁਹਾਨੂੰ ਸਾਨੂੰ ਪੁੱਛਿਆ ਜਾਵੇ ਤਾਂ ਸੋ ਇੱਕ ਇੱਕ ਲਾਈਨ 'ਚ ਤਿੰਨ ਕੁਐਸਚਨ ਹੈ ਠੀਕ ਹੈ ਜੀ ਜੇ ਤੁਹਾਨੂੰ ਪੁੱਛਿਆ ਜਾਵੇ ਕਿਹੜੇ ਭਾਰਤੀ ਨੇ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕੀਤੀ ਸਤਿੰਦਰ ਨਾਥ ਟੈਗੋਰ ਜੇ ਪੁੱਛਿਆ ਜਾਵੇ ਕਿਹੜੇ ਸੰਨ 'ਚ ਕੀਤੀ 1873 ਠੀਕ ਹੈ ਜੀ ਤਾਂ ਜਿਹੜੇ ਭਾਰਤੀਆਂ ਨੂੰ ਦਿੱਤੀ ਜਾਂਦੀ ਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਅੰਗਰੇਜ਼ ਜਦੋਂ ਭਾਰਤੀਆਂ ਨੂੰ ਅਫਸਰ ਰੱਖਦੇ ਸੀ ਵੱਡੀ ਤੋਂ ਵੱਡੀ ਪਦਵੀ ਸੂਬੇਦਾਰ ਸੀ ਸੂਬੇਦਾਰ ਤੋਂ ਉੱਤੇ ਕੁਛ ਨਹੀਂ ਯਾਨੀ ਕਿ ਅੱਗੇ ਲੜਨ ਨੂੰ ਸਿਪਾਹੀ ਸੂਬੇਦਾਰ ਇਹ ਵਾਲੇ ਇੰਡੀਅਨ ਤੇ ਜਿਹੜੇ ਅਫਸਰ ਹੁੰਦੇ ਸੀਗੇ ਉਹ ਸਾਰੇ ਹੁੰਦੇ ਸੀਗੇ ਅੰਗਰੇਜ਼ ਸੋ ਵੱਡੀ ਤੋਂ ਵੱਡੀ ਇਸੇ ਤਰ੍ਹਾਂ ਜਿਹੜਾ ਥਾਣੇ ਦਾ ਇੰਚਾਰਜ ਹੁੰਦਾ ਸੀਗਾ ਵੱਡੀ ਤੋਂ ਵੱਡੀ ਪੌਦੀ ਥਾਣੇ ਵਿੱਚ ਜਿਹੜਾ ਇੰਚਾਰਜ ਹੁੰਦਾ ਸੀਗਾ ਮਤਲਬ ਜਿਹੜਾ ਹੈਗਾ ਇੰਚਾਰਜ ਹੁੰਦਾ ਸੀਗਾ ਉਹ ਅੰਗਰੇਜ਼ਾਂ ਦੇ ਟਾਈਮ ਤੇ ਉਹ ਮੈਕਸਿਮਮ ਜਿਹੜਾ ਹੈਗਾ ਉਹਨੂੰ ਦਰੋਗਾ ਕਹਿੰਦੇ ਸੀਗੇ ਆਪਾਂ ਤੁਹਾਡੇ ਕੋਲ ਬੜੀ ਤੋਂ ਬੜੀ ਪੋਸਟ ਹੈ ਜਿਹੜੀ ਤੁਹਾਡੇ ਕੋਲ ਠੀਕ ਹੈ ਉਹ ਦਰੋਗਾ ਦੀ ਹੁੰਦੀ ਸੀਗੀ ਤੁਹਾਡੇ ਕੋਲ ਠੀਕ ਹੈ ਜੀ
ਸੋ ਜਿਹੜਾ ਹੈਗਾ ਤੁਹਾਡੇ ਕੋਲ, ਸੋ ਇਹ ਚੀਜ਼ ਯਾਦ ਰੱਖਣਾ ਜੀ। ਇੰਚਾਰਜ, ਸੋ ਸੂਬੇਦਾਰ ਮੈਕਸੀਮਮ ਤੋਂ ਮੈਕਸੀਮਮ ਉਹਦੇ ਵਿੱਚ, ਠੀਕ ਹੈ। ਤੇ ਜਿਹੜਾ ਤੁਹਾਡੇ ਕੋਲ ਦੂਸਰੇ ਪਾਸੇ ਕੀ ਸੀਗਾ, ਤੁਹਾਡੇ ਕੋਲ ਦੂਸਰੇ ਪਾਸੇ ਸੀਗਾ ਦਰੋਗਾ, ਠੀਕ ਹੈ। ਉਸ ਤੋਂ ਬਾਅਦ 1883 ਦੇ ਚਾਰਟਰਡ ਐਕਟ ਰਾਹੀਂ ਲਾ ਕਮਿਸ਼ਨ ਦੀ ਸਥਾਪਨਾ ਹੋਈ, ਲਾ ਕਮਿਸ਼ਨ ਦੀ ਸਥਾਪਨਾ। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਲਾਰਡ ਕਾਰਨਵਾਲਿਸ, ਭੂਮੀ ਦਾ ਸਥਾਈ ਬੰਦੋਬਸਤ। ਦੋ ਕੁਐਸਚਨ ਮੈਂ ਤੁਹਾਨੂੰ ਕਹੇ ਨੇ, ਇੱਕ ਮੈਂ ਲਾਰਡ ਕਾਰਨਵਾਲਿਸ ਦਾ ਸਿਵਲ ਸੇਵਾਵਾਂ ਵਾਲਾ ਕਿਹਾ, ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ, ਤਾਂ ਮੈਂ ਇਹ ਤੇ 100% श्योर किया। दूसरा मैं ਤੁਹਾਨੂੰ ਭੂਮੀ ਦਾ ਸਥਾਈ ਬੰਦੋਬਸਤ ਕਰ ਰਿਹਾ ਵਾਂ, ठीक है। ये भी क्वेश्चन बहुत अच्छा हैगा, ਤੁਹਾਨੂੰ कुछ ना कुछ मिलेगा। ਅਸੀਂ ਲੋਕ बहुत मेहनत कर रहे हैं कि ਬੱਚਿਆਂ ਦੇ ਨੰਬਰ ਆ ਜਾਣ, ਬੱਚੇ ਪੜ੍ਹ ਕੇ ਜਾਣ। ਸਟਿਲ ਬੱਚੇ ਨਕਲ ਦੀ ਆਸ ਤੇ ਜਾਂਦੇ ਨੇ ਤੁਹਾਡੇ ਕੋਲ, ਠੀਕ ਹੈ। ਨਕਲ ਨਾ ਬਣਦਾ ਕੁਛ ਨਹੀਂ ਜੀ, ਵੱਜ ਵੀ ਗਈ ਅੱਜ 2 ਨੰਬਰ ਵੱਧ ਆ ਜਾਣਗੇ, ਪਰ ਉਹਨਾਂ ਫਾਇਦਾ ਕੋਈ ਨਹੀਂਗਾ। ਇਨ ਫਿਊਚਰ ਅਸੀਂ ਕਿਸੇ ਨੌਕਰੀ ਜੋਗੇ ਨਹੀਂ ਰਹਿਣਾ, ਕਿਸੇ ਕੰਪੀਟੀਸ਼ਨ ਜੋਗੇ ਨਹੀਂ ਰਹਿਣਾ। ਸੋ ਪੜ੍ਹ ਕੇ ਜਾਇਓ ਬੇਟਾ। ਭੂਮੀ ਸਥਾਈ ਬੰਦੋਬਸਤ ਦੇ ਦੋਸ਼ ਦੂਰ ਕਰਨ ਲਈ ਥੋਮਸ ਮੁਨਰੋ ਨੇ ਰਈਅਤਵਾੜੀ। ਸੋ ਜੇ ਤੁਹਾਨੂੰ ਐ ਪੁੱਛ ਲਵੇ ਕਿਹਨੇ ਰਈਅਤਵਾੜੀ ਸ਼ੁਰੂ ਕੀਤਾ, ਤਾਂ ਤੁਸੀਂ ਥੋਮਸ ਮੁਨਰੋ ਕਹਿ ਦੇਣਾ। ਜੇ ਤੁਹਾਨੂੰ ਐ ਪੁੱਛ ਲਿਆ ਥੋਮਸ ਮੁਨਰੋ ਨੇ ਕੀ ਸ਼ੁਰੂ ਕੀਤਾ, ਤੁਸੀਂ ਰਈਅਤਵਾੜੀ ਕਹਿ ਦੇਣਾ। ਤੁਹਾਨੂੰ ਇਹ ਪੁੱਛਿਆ ਜਾਵੇ ਰਈਅਤਵਾੜੀ ਕਿਹਨੂੰ ਦਰੁਸਤ ਕਰਨ ਲਈ ਕੀਤਾ, ਭੂਮੀ ਸਥਾਈ ਬੰਦੋਬਸਤ ਨੂੰ। ਮਤਲਬ ਭੂਮੀ ਸਥਾਈ ਬੰਦੋਬਸਤ ਦੀਆਂ ਜੋ ਕਮੀਆਂ ਸੀਗੀਆਂ ਉਹ ਰਈਅਤਵਾੜੀ ਨੇ ਜਿਹੜੀਆਂ ਹੈਗੀਆਂ, ਓਕੇ। ਨੀਲ ਵਿਦਰੋਹ ਮੇਨਲੀ ਬੰਗਾਲ ਤੇ ਬਿਹਾਰ ਵਿੱਚ ਹੋਇਆ ਸੀਗਾ, ਠੀਕ ਹੈ ਜੀ। ਇਹ ਲਾਜ਼ਮੀ ਆਉਣ ਵਾਲਾ ਪ੍ਰਸ਼ਨ ਹੈ। ਤੁਹਾਨੂੰ ਸਭ ਕੁਝ ਯਾਦ ਹੈ ਜੀ, ਮੈਂ ਸਿਰਫ ਤੁਹਾਨੂੰ ਰਿਵਾਈਜ਼ ਕਰਾ ਰਿਹਾ ਹਾਂ। ਤੁਸੀਂ ਸਾਰੇ ਅੱਛੇ ਬੱਚੇ ਹੋ, ठीक है, क्योंकि नकल वाले वीडियो नहीं देखते होंगे तुहाडे को, ठीक है। तो खासीस कबीले का मोढी कौन सी, तरूत सिंह, खासीस कबीले का। सो ये 100% श्योर क्वेश्चन है जी, पक्का पेपर च आने वाला क्वेश्चन है तुहाडे को, ठीक है जी। सो गोंड, भील, संथाल, मीजे कबीलियां सब तो वध गिणती गोंड कबीले की सी, सब तो ज़्यादा लोग या इन्हां नाल जुड़े हुए सीगे, याद रखना। मध्य प्रदेश विच भील जाति के कबीले सीगे तुहाडे कोल, ठीक है। बिरसा मुंडा जिहड़ा सी, बिरसा मुंडा नूं लोक मतलब दैवी शक्तियां वाला मतलब बंदा मनते सी, अपना लीडर मनते सी भी कोई शक्तियां हैगियां, ये सानूं बचा सकता है मतलब इहदे अंडर। तो बिरसा मुंडा के विद्रोह के प्रभाव कारण छोटा नागपुर एक्ट पास होया, ते बिरसा मुंडा दियां कोशिशां नाल ही छोटे किसानां नूं जमीनां दे अधिकार मिले ने। सो जमीनां दे अधिकार छोटे किसानां नूं, छोटा नागपुर एक्ट, बिरसा मुंडा की सी, ये सारियां चीज़ां वेरी इंपॉर्टेंट ने। सो ये चो लाजमी एक क्वेश्चन थानू मिलेगा ही मिलेगा। चलिए जी अगे, सूती कपड़ा जिहड़ा हैगा तुहाडे कोल, सूती कपड़ा उद्योग 1853 ਵਿੱਚ ਮੁੰਬਈ 'ਚ ਸਭ ਤੋਂ ਪਹਿਲਾਂ ਚਾਹ ਦਾ ਪਹਿਲਾ ਆਸਾਮ ਦੇ ਵਿੱਚ, ਠੀਕ ਹੈ। ਇਹਦੀ ਡੇਟ ਕਈ ਵਾਰ ਕਿਤਾਬਾਂ 'ਚ ਅੱਗੇ ਪਿੱਛੇ ਕਰ ਲੈਂਦੇ ਨੇ, ਠੀਕ ਹੈ। ਸੋ ਦੇਖ ਲੈਣਾ 52 ਨਾ ਹੋਈ ਤਾਂ ਉਹ ਵੈਸੇ, ਠੀਕ ਹੈ। ਰਾਣੀਗੰਜ ਦੀਆਂ ਖਾਣਾ ਜਿਹੜੀਆਂ ਹੈ ਕੋਲੇ ਦੀਆਂ ਖਾਣਾ ਨੇ, ਠੀਕ ਹੈ। ਸੋ 48 ਕੁਐਸਚਨਸ ਹੋ ਗਏ, 1-2 ਨੰਬਰਿੰਗ ਗਲਤ ਕਰਕੇ ਵੀ ਹੈ, ਤੁਸੀਂ ਲਗਭਗ ਤੁਸੀਂ ਇਹ ਮੰਨ ਕੇ ਚੱਲੋ 50 ਕੁਐਸਚਨਸ ਤਾਂ ਆਪਾਂ ਨੇ ਕਰ ਦਿੱਤੇ ਤੁਹਾਡੇ ਕੋਲ ਜਿਹੜਾ ਹੈਗਾ, ਠੀਕ ਹੈ ਜੀ। ਸੋ ਜੇ ਚੈਨਲ ਤੇ ਨਵੇਂ ਹੋ, ठीक है जी, देखो हाले तो फस्ट समैसटर थोड़ा अच्छी तरह है, 3 पेपर थोनों टॉप की तैयारी करवानी हैगी है, ठीक है। जो असी सैकेंड समैसटर शुरू कर लाँगे तुहाडे कोल, सैकेंड समैसटर च असी एक होर सबजैक्ट ऐड करांगे इंग्लिश, ठीक है। इंग्लिश की ग्रामर, इंग्लिश की स्पोकन, इंग्लिश की आयल्स, ये सारिया चीज़ां आपां सैकेंड समैसटर तो ऐड कर लाँगे तुहाडे कोल, ठीक है जी। सो फिलहाल अपने को 3 सबजैक्ट हैगे ने, ते कल अपना SS का है। जे चैनल ते नवे हो तो शेयर जरूर कर दिओ जी, जे सबसक्राइब नहीं किया हैगा तुहाडे कोल, ठीक है, तो सबसक्राइब कर दो। बहुत बेनीफिट होने वाला इन फ्यूचर तुसी कोई भी कंपीटिटिव एग्जाम देना होया, अगर तुसी सीरीयस हो, ठीक है, तो थोनों इत्थे मटीरियल मिलेगा। रोज़ के 2 या 3 वीडियो होंदे ने, तुसी जब तक 10वीं पहुँचना 1000 तो उत्ते वीडियो इस चैनल के उत्ते होएगा तुहाडे कोल, ठीक है जी। पर सिंपली जिहड़ा हैगा और सब कुछ टोटली जिहड़ा हैगा फ्री हैगा, सिर्फ एक परपस है कि पंजाब दी एजुकेशन एक्चुअल च अपलिफ्ट होवे, ठीक है जी। सो ठीक है जी बेटा, बेस्ट ऑफ लक, ठीक है। तो रिवीजन शीट 3 ਲਈ वेट करो, ठीक है। रिवीजन जिहड़ी हैगी है ये आपां 2 कीती है, रिवीजन 3 ਲਈ ਤੁਸੀਂ वेट करो ਤੁਹਾਡੇ ਕੋਲ, ठीक है। ये वेट आऊगी ਤੁਹਾਡੇ ਕੋਲ सिंपल 6 ਵਜੇ ਤੁਹਾਡੀ ਜਿਹੜੀ रिलीज़ ਹੋਈ है ਤੁਹਾਡੇ ਕੋਲ दूसरी तीसरी, ठीक है। बस आ रही है जी, ਤੁਸੀਂ वेट करो ਤੁਹਾਡੇ ਕੋਲ। थैंक यू।